हेलो स्टूडेंट्स, आई एम सुखिंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਅਸੀਂ ਟੌਪਿਕ ਕਰਨਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕੀ ਹੈ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਵਰਕਿੰਗ ਕਿਸ ਤਰ੍ਹਾਂ ਦੀ ਹੈਗੀ ਹੈ, ਇਹ ਆਪਾਂ ਕਰਾਂਗੇ। ਸਭ ਤੋਂ ਪਹਿਲਾਂ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਸਭ ਤੋਂ ਪਹਿਲਾਂ ਤਾਂ WTO ਕੀ ਹੈ, ਅਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ WTO ਅਸਲ ਦੇ ਵਿੱਚ ਸ਼ੁਰੂ ਦੇ ਵਿੱਚ GATT ਹੋਇਆ ਕਰਦਾ ਸੀ। ਗੈਟ ਕੀ ਸੀ? ਜਨਰਲ ਐਗਰੀਮੈਂਟ ਔਨ ਟੈਰਿਫਸ ਐਂਡ ਟ੍ਰੇਡ। 1947 ਦੇ ਵਿੱਚ ਬਣਾਇਆ ਗਿਆ। ਸਵਿਟਜ਼ਰਲੈਂਡ ਦੇ ਵਿੱਚ ਜਨੇਵਾ ਦੇ ਵਿੱਚ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਇਸ ਦਾ ਜਿਹੜਾ ਮੇਨ ਆਫਿਸ ਹੈ। ਔਰ ਇਹਦਾ ਜਿਹੜਾ ਮੇਨ ਆਬਜੈਕਟਿਵ ਆ ਕਿ ਮਲਟੀਲੇਟਰਲ ਟ੍ਰੇਡ ਦੇ ਨਾਲ ਜਿਹੜਾ ਫ੍ਰੀ ਟ੍ਰੇਡ ਆ, ਮਲਟੀਲੇਟਰਲ ਫ੍ਰੀ ਟ੍ਰੇਡ ਨੂੰ ਪ੍ਰਮੋਟ ਕਰਨਾ। ਔਰ ਗੈਟ ਜਿਹੜਾ ਸੀਗਾ ਉਹ ਨੋਨ ਡਿਸਕ੍ਰਿਮੀਨੇਸ਼ਨ ਦੀ ਪਾਲਿਸੀ 'ਤੇ ਆਧਾਰਿਤ ਸੀ, ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਜਿਹੜੇ ਟੈਰਿਫਸ, ਜਦੋਂ ਅਸੀਂ ਇੰਪੋਰਟ ਕਰਦੇ ਹਾਂ ਅਤੇ ਅਸੀਂ ਕੋਟਾ ਫਿਕਸ ਕਰ ਦਿੰਦੇ ਹਾਂ ਕਈ ਵਾਰ ਅਸੀਂ ਟੈਕਸ ਲਗਾ ਦਿੰਦੇ ਹਾਂ। ਇੰਪੋਰਟ ਕਰਦੇ ਉਹਨੂੰ ਜਿਹੜਾ ਇੰਪੋਰਟ ਟੈਕਸ ਲਗਾਇਆ ਜਾਂਦਾ ਅਸਲ 'ਚ ਉਹਨੂੰ ਆਪਾਂ ਟੈਰਿਫ ਕਹਿ ਦਿੰਦੇ ਹਾਂ। ਅਤੇ ਉਹਨਾਂ ਦੇ ਟੈਰਿਫਸ ਨੂੰ ਘੱਟ ਕਰਨਾ ਜਾਂ ਉਹਨਾਂ ਦੇ ਖਾਤਮੇ ਨੂੰ ਖਤਮ ਕਰਨਾ। ਉਸ ਤੋਂ ਬਾਅਦ ਕੰਸਲਟੇਸ਼ਨ ਅਮੰਗ ਨੇਸ਼ਨਸ ਕੇ ਜਿਹੜੇ ਮੈਂਬਰ ਕੰਟਰੀਜ਼ ਹੋਣਗੇ ਉਹਨਾਂ ਦੇ ਵਿੱਚ ਸਲਾਹ ਮਸ਼ਵਰਾ ਕਰਨਾ। ਇਹ ਗੈਟ ਦੇ 3 ਮੁੱਖ ਉਦੇਸ਼ ਸੀ: ਨੋਨ ਡਿਸਕ੍ਰਿਮੀਨੇਸ਼ਨ, ਟੈਰਿਫਸ ਦਾ ਖਾਤਮਾ, ਐਲੀਮੀਨੇਸ਼ਨ ਆਫ ਟੈਰਿਫਸ, ਐਂਡ ਮੈਂਬਰ ਨੇਸ਼ਨਸ ਦੇ ਵਿੱਚ ਕੰਸਲਟੇਸ਼ਨ ਅਮੰਗ ਮੈਂਬਰ ਕੰਟਰੀਜ਼। ਔਰ 1948 ਦੇ ਵਿੱਚ ਇੰਟਰਨੈਸ਼ਨਲ ਵਪਾਰ ਨੂੰ ਲੈ ਕੇ 8 ਦੌਰ ਪੂਰੇ ਹੋ ਚੁੱਕੇ ਸੀ, ਅਤੇ ਗੈਟ ਦੇ ਜਿਹੜੇ ਸਮਝੌਤੇ ਜਿਹੜੇ ਆ 1967 ਦੇ ਵਿੱਚ ਵੀ ਹੋਏ। ਔਰ ਉਸ ਤੋਂ ਬਾਅਦ ਇਹ ਜਿਹੜਾ ਗੈਟ ਆ 1995 ਦੇ ਵਿੱਚ ਇਸ ਨੂੰ ਬਦਲ ਕੇ WTO ਕਰ ਦਿੱਤਾ ਗਿਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਰ ਦਿੱਤਾ ਗਿਆ। ਇਸ ਦਾ ਮੇਨ ਆਫਿਸ ਜਨੇਵਾ ਦੇ ਵਿੱਚ ਹੀ ਹੈ, ਅਤੇ ਬਹੁਤ ਸਾਰੇ ਮੈਂਬਰਸ ਜਿਹੜੇ ਇਹਦੇ ਹੈਗੇ ਆ। 1994 ਦੇ ਵਿੱਚ 1994 ਦੇ ਵਿੱਚ ਇਸ ਦੇ 128 ਮੈਂਬਰ ਸੀਗੇ। ਔਰ 1 ਜਨਵਰੀ 1995 ਦੇ ਵਿੱਚ WTO ਨੇ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ। WTO ਕੀ ਹੈ? WTO ਜਿਸ ਤਰ੍ਹਾਂ WTO ਨੇ ਗੈਟ ਦੀ ਥਾਂ ਲਈ ਹੈ। GATT ਗੈਟ ਜਨਰਲ ਐਗਰੀਮੈਂਟ ਔਨ ਟੈਰਿਫਸ ਐਂਡ ਟ੍ਰੇਡ। ਇਹਦੇ ਵਿੱਚ ਇਹਨੇ WTO ਨੇ ਇਹਦੀ ਥਾਂ ਲੈ ਲਈ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ। 1 ਜਨਵਰੀ 1995 ਤੋਂ ਇਹਨੇ ਕੰਮ ਕਰਨਾ ਸ਼ੁਰੂ ਕੀਤਾ। ਔਰ ਸ਼ੁਰੂ 'ਚ ਇਹਦੇ 77 ਮੈਂਬਰ ਸੀਗੇ, ਅਤੇ 2015 ਦੇ ਵਿੱਚ 161 ਇਹਦੇ ਮੈਂਬਰ ਹੋ ਚੁੱਕੇ ਸੀ। ਅਤੇ ਉਸ ਤੋਂ ਬਾਅਦ ਸਾਨੂੰ ਹੁੰਦਾ ਕਿ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਗੈਟ ਐਂਡ WTO। ਗੈਟ ਐਂਡ WTO ਦੇ ਵਿੱਚ ਡਿਫਰੈਂਸ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੈਟ ਸ਼ੁਰੂ 'ਚ 1947 ਦੇ ਵਿੱਚ ਪਹੁੰਚਾਇਆ ਸੀਗਾ, ਅਤੇ ਇਹ 1995 ਦੇ ਵਿੱਚ WTO ਆਇਆ। ਗੈਟ ਜਿਹੜਾ ਸੀ ਉਹਦੇ ਜਿਹੜੇ ਉਦੇਸ਼ ਸੀਗੇ ਉਹ ਨੋਨ ਡਿਸਕ੍ਰਿਮੀਨੇਸ਼ਨ, ਐਲੀਮੀਨੇਸ਼ਨ ਆਫ ਟੈਰਿਫਸ ਐਂਡ ਕੰਸਲਟੇਸ਼ਨ ਅਮੰਗ ਨੇਸ਼ਨ ਸੀ। ਇਹਦੇ ਉਦੇਸ਼ ਜਿਹੜੇ ਆ, ਇਹ ਇੱਕ ਪਰਮਾਨੈਂਟ ਬਾਡੀ ਹੈਗੀ ਹੈ। ਔਰ ਜਿਹੜੇ ਉਦੇਸ਼ ਆ ਉਹ ਗੈਟ ਦੇ ਉਦੇਸ਼ਾਂ ਤੋਂ ਥੋੜ੍ਹੇ ਵਿਸਤ੍ਰਿਤ ਆ। ਔਰ ਗੈਟ ਦੇ ਜਿਹੜੇ ਲਾਅ ਸੀ ਸਿਰਫ ਗੁਡਸ ਦੇ ਇੰਪੋਰਟ ਅਤੇ ਐਕਸਪੋਰਟ 'ਤੇ, ਮਤਲਬ ਗੁਡਸ ਦੇ ਵਪਾਰ 'ਤੇ ਲਾਗੂ ਹੁੰਦੇ ਸੀ। ਇਹ ਜਿਹੜੇ ਲਾਅ ਹੈਗੇ ਆ ਉਹ ਗੁਡਸ ਐਂਡ ਸਰਵਿਸਿਜ਼ ਸਾਰਿਆਂ ਦੇ ਉੱਤੇ ਲਾਗੂ ਹੁੰਦੇ ਆ। ਔਰ ਉਹਦੇ ਵਿੱਚ ਜਿਹੜਾ ਗੈਟ ਦੇ ਵਿੱਚ ਕਿਸੇ ਡਿਸਪਿਊਟ ਨੂੰ ਸੁਲਝਾਉਣ ਦਾ ਤਰੀਕਾ ਸੀ ਉਹ ਬਹੁਤਾ ਸੌਖਾ ਨਹੀਂ ਸੀ। ਇਹਦਾ ਸੌਖਾ ਤਰੀਕਾ ਸਵੈਚਲਿਤ ਤਰੀਕਾ ਹੈਗਾ ਆ। ਅਤੇ ਉਸ ਤੋਂ ਬਾਅਦ ਸਾਨੂੰ ਆਉਂਦਾ ਇਹਦੀ ਆਰਗੇਨਾਈਜੇਸ਼ਨਲ ਸਟਰਕਚਰ ਕੀ ਹੈ WTO ਦਾ। ਸਭ ਤੋਂ ਪਹਿਲਾਂ ਇਹਦੇ ਵਿੱਚ ਮਿਨਿਸਟਰੀਅਲ ਕਾਨਫਰੰਸ ਹੁੰਦੀ ਹੈ, ਸਭ ਤੋਂ ਜਿਹੜੀ ਟੌਪ ਲੈਵਲ ਦੀ ਇਹਦੇ ਵਿੱਚ ਜਿਹੜਾ ਸੰਗਠਨ। ਔਰ ਇਹਦੇ ਵਿੱਚ ਸਾਰੇ ਦੇਸ਼ਾਂ ਦੇ ਜਿਹੜੇ ਮੈਂਬਰ ਕੰਟਰੀਜ਼ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹ ਆਉਂਦੇ ਆ। ਔਰ ਉਹ 2 ਸਾਲਾਂ 'ਚ ਘੱਟ ਤੋਂ ਘੱਟ ਇੱਕ ਮੀਟਿੰਗ ਜ਼ਰੂਰ ਇਹਨਾਂ ਦੇ ਵਿੱਚ ਹੁੰਦੀ ਹੈ। ਦੂਸਰੀ ਇਹਦੀ ਜਨਰਲ ਕਾਊਂਸਲ ਹੈਗੀ ਹੈ। ਜਨਰਲ ਕਾਊਂਸਲ ਦੇ ਵਿੱਚ ਜਿਹੜੇ ਤੁਹਾਡੇ ਕਿਤੇ ਕੰਟਰੀਜ਼ ਵਿੱਚ ਡਿਸਪਿਊਟਸ ਹੁੰਦੇ ਮੈਂਬਰ ਕੰਟਰੀਜ਼ ਦੇ ਵਿੱਚ ਉਹ ਨਿਪਟਾਏ ਜਾਂਦੇ ਆ। ਔਰ ਤੀਸਰੀ ਇਹਦੇ ਵਿੱਚ ਫੰਕਸ਼ਨਲ ਕਾਊਂਸਲ ਹੈਗੀ ਇਹਦੀ। ਔਰ ਫੰਕਸ਼ਨਲ ਕਾਊਂਸਲ ਦੇ ਵਿੱਚ ਅੱਗੇ 3 ਪ੍ਰੀਸ਼ਦਾਂ ਆ। ਕਾਊਂਸਲ ਆਫ ਟ੍ਰੇਡ, ਮਤਲਬ ਟ੍ਰੇਡ ਨਾਲ ਰਿਲੇਟਡ ਆ। ਕਾਊਂਸਲ ਆਫ ਸਰਵਿਸਿਜ਼ ਆ, ਅਤੇ ਉਸ ਤੋਂ ਬਾਅਦ ਟ੍ਰੇਡ ਰਿਲੇਟਡ ਆਸਪੈਕਟਸ ਜਿਹੜੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਦੇ ਆ। ਟ੍ਰਿਪਸ, ਇਹ ਅੱਗੇ ਕੰਸੈਪਟ ਟ੍ਰਿਪਸ ਥੋੜ੍ਹਾ ਡਿਟੇਲ 'ਚ ਆਪਾਂ ਕਰਨਾ, ਉੱਥੇ ਤੱਕ ਕਲੀਅਰ ਹੋ ਜਾਂਦਾ। ਉਸ ਤੋਂ ਬਾਅਦ ਇਹਦੀ ਜਿਹੜੀ ਮੈਨੇਜਮੈਂਟ ਕਮੇਟੀਜ਼ ਐਂਡ ਮੈਨੇਜਮੈਂਟ ਬੋਡੀਜ਼ ਜਿਹੜੀਆਂ ਇਹਦੀਆਂ ਅੱਗੇ ਉਹ ਹੈਗੀਆਂ। ਇਹ ਤੋਂ ਜ਼ਿਆਦਾ ਡਿਟੇਲ ਦੀ ਸਾਨੂੰ ਇੱਥੇ ਜ਼ਰੂਰਤ ਨਹੀਂ ਹੈ। ਉਸ ਤੋਂ ਬਾਅਦ ਆਬਜੈਕਟਿਵਸ ਕੀ ਹੈ WTO ਦੇ। WTO ਦੇ ਜਿਹੜੇ ਆਬਜੈਕਟਿਵਸ ਆ, ਸਭ ਤੋਂ ਪਹਿਲਾਂ ਤਾਂ ਉਹੀ ਕਿ ਜਿਹੜਾ ਤੁਹਾਡਾ ਨਿਊ ਟ੍ਰੇਡ ਸਿਸਟਮ, ਇੰਟਰਨੈਸ਼ਨਲ ਟ੍ਰੇਡ ਸਿਸਟਮ, ਉਸ ਨੂੰ ਲਾਗੂ ਕਰਨਾ, ਇੰਟਰਨੈਸ਼ਨਲ ਟ੍ਰੇਡ ਨੂੰ ਪ੍ਰਮੋਟ ਕਰਨਾ। ਇਸ ਤਰ੍ਹਾਂ ਪ੍ਰਮੋਟ ਕਰਨਾ ਕਿ ਤੁਹਾਡਾ ਜਿਹੜਾ ਪ੍ਰੋਫਿਟ ਆ ਮੈਕਸੀਮਮ ਹੋ ਜਾਏ। ਉਸ ਤੋਂ ਬਾਅਦ ਮੈਂਬਰ ਕੰਟਰੀਜ਼ ਦੀ ਪ੍ਰੋਬਲਮ ਦੇ ਟਾਈਮ ਹੈਲਪ ਕਰਨੀ,
ਜੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਕਿਤੇ ਕੋਈ ਪ੍ਰੋਬਲਮਸ ਆਉਂਦੀਆਂ, ਕੋਈ ਹਿੰਡਰੈਂਸਿਸ ਆਉਂਦੀਆਂ, ਉਹਨਾਂ ਨੂੰ ਖਤਮ ਕਰਨਾ। ਜਿਹੜਾ ਕੰਜ਼ਿਊਮਰ ਆ ਉਹਨੂੰ ਮੈਕਸੀਮਮ ਵੈਰਾਈਟੀ ਪ੍ਰੋਵਾਈਡ ਕਰਨਾ। ਉਸ ਤੋਂ ਬਾਅਦ ਇਨਵਾਇਰਮੈਂਟ ਸੇਫਟੀ, ਮਲਟੀਲੇਟਰਲ ਟ੍ਰੇਡ ਡਿਵੈਲਪਮੈਂਟ, ਸਸਟੇਨੇਬਲ ਡਿਵੈਲਪਮੈਂਟ ਮੀਨਸ ਅੱਜ ਨੈਚੁਰਲ ਰਿਸੋਰਸਿਸ ਨੂੰ ਯੂਜ਼ ਵੀ ਕਰ ਲਈਏ, ਕਮਿੰਗ ਜਨਰੇਸ਼ਨਸ ਲਈ ਉਹਨਾਂ ਨੂੰ ਬਚਾ ਕੇ ਵੀ ਰੱਖੀਏ। ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਟੈਰਿਫਸ ਨੂੰ ਘਟਾਉਣਾ। ਉਸ ਤੋਂ ਬਾਅਦ ਇੰਪਲਾਇਮੈਂਟ ਓਪਰਚੁਨਿਟੀਜ਼ ਦੇ ਵਿੱਚ ਵਾਧਾ ਕਰਨਾ। ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਦੇ ਉੱਪਰ ਸਟੈਂਡਰਡ ਆਫ ਲਿਵਿੰਗ ਨੂੰ ਪ੍ਰਮੋਟ ਕਰਨਾ ਅਤੇ ਇਕਨੋਮਿਕ ਡਿਵੈਲਪਮੈਂਟ ਜਿਹੜੀ ਹੈਗੀ ਕੰਟਰੀਜ਼ ਦੀ ਉਹਨਾਂ ਦੇ ਵਿੱਚ ਵਾਧਾ ਕਰਨਾ। ਇਹ WTO ਦੇ ਕੁਛ ਮੁੱਖ ਉਦੇਸ਼ ਹੈਗੇ ਆ। ਉਸ ਤੋਂ ਬਾਅਦ WTO ਦੇ ਵਿੱਚ ਕੁਛ ਐਗਰੀਮੈਂਟਸ ਆ। ਐਗਰੀਮੈਂਟਸ ਤਾਂ ਬਹੁਤ ਸਾਰੇ ਹੈਗੇ ਆ। ਟ੍ਰੇਡ ਨੂੰ ਰਿਲੇਟਡ ਐਗਰੀਮੈਂਟਸ ਵੀ ਹੈਗੇ ਆ। ਜੋ ਤੁਹਾਡੇ ਕੋਲ ਸਟੱਡੀ ਮਟੀਰੀਅਲ ਆਏਗਾ ਤੁਸੀਂ ਦੇਖੀਏ, ਉਹ ਟ੍ਰੇਡ ਰਿਲੇਟਡ ਐਗਰੀਮੈਂਟਸ ਵੀ ਆ। ਇਹਨਾਂ ਦੀ ਇੱਕ ਵਾਰ ਤੁਸੀਂ ਰੀਡਿੰਗ ਲੈਣੀ ਹੈ। ਸਟੱਡੀ ਮਟੀਰੀਅਲ ਮੈਂ ਤੁਹਾਨੂੰ ਭੇਜ ਦਿੱਤਾ, ਉੱਥੋਂ ਇੱਕ ਵਾਰ ਰੀਡਿੰਗ ਲੈ ਲਈਓ। ਉਸ ਤੋਂ ਬਾਅਦ ਟ੍ਰੇਡ ਰਿਲੇਟਡ ਵੀ ਆ ਅਤੇ ਉਸ ਤੋਂ ਬਾਅਦ ਟੈਕਸਟਾਈਲ ਕਲੋਥਿੰਗ ਰਿਲੇਟਡ ਵੀ ਹੈਗੇ ਆ। ਪਰ ਟ੍ਰਿਪਸ ਹੈਗਾ ਆ, ਟ੍ਰਿਮਸ ਅਤੇ ਗੈਟ, ਇਹ ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਕਰਨਾ ਹੈ। ਟ੍ਰਿਪਸ ਕੀ ਹੈਗੇ ਆ? TRIPS, ਟ੍ਰਿਪਸ ਟ੍ਰੇਡ ਰਿਲੇਟਡ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ। ਇਹਦੇ ਵਿੱਚ ਬੌਧਿਕ ਸੰਪਦਾ ਦੇ 9 ਪ੍ਰਕਾਰ ਸ਼ਾਮਲ ਆ, ਜਿਨ੍ਹਾਂ ਵਿੱਚ ਸੂਖਮ ਜੀਵਾਂ ਦੇ ਪੇਟੈਂਟ ਅਤੇ ਪੌਦਿਆਂ ਦੀਆਂ ਕਿਸਮਾਂ ਸ਼ਾਮਲ ਆ। ਜਿੰਨੇ ਵੀ ਸੂਖਮ ਜੀਵ ਹੈਗੇ ਆ ਉਹਨਾਂ ਦੇ ਪੇਟੈਂਟ ਕਰਵਾ ਲਏ ਜਾਂਦੇ ਆ, ਉਹਨਾਂ ਦੀ ਮਲਕੀਅਤ ਜਿਹੜੀ ਉਹ ਹਾਸਲ ਕਰ ਲਈ ਜਾਂਦੀ ਆ। ਔਰ ਇਹਦੇ ਵਿੱਚ ਬਹੁਤ ਸਾਰੇ ਸੂਖਮ ਜੀਵ ਅਤੇ ਬਹੁਤ ਸਾਰੇ ਪੌਦਿਆਂ ਦੀਆਂ ਜਿਹੜੀਆਂ ਕਿਸਮਾਂ ਉਹ ਸ਼ਾਮਲ ਆ, ਇਹ ਕੀਤੀਆਂ ਜਾਂਦੀਆਂ। ਔਰ ਜਿਹੜੀ ਕੰਟਰੀ ਉਹਦਾ ਪੇਟੈਂਟ ਕਰਵਾ ਲੈਂਦੀ ਹੈ ਇੱਕ ਤਰ੍ਹਾਂ ਦੇ ਨਾਲ, ਉਹਦੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲੈਂਦੇ ਓਨਰ ਹੋ ਜਾਂਦੀ ਆ। ਉਸ ਦੀ ਆਗਿਆ ਦੇ ਨਾਲ ਹੀ ਤੁਸੀਂ ਉਸ ਨੂੰ ਉਹਦੀ ਕਮਰਸ਼ੀਅਲ ਸੇਲ ਦੀ ਜਿਹੜੀ ਵਪਾਰਕ ਵਿਕਰੀ ਦੀ ਆਗਿਆ ਨਹੀਂ ਹੁੰਦੀ। ਬ੍ਰਾਂਡਡ ਬੀਜ ਜਿਹੜੇ ਹੁੰਦੇ ਆ ਜਾਂ ਜਿਨ੍ਹਾਂ ਦੇ ਤੁਸੀਂ ਪੇਟੈਂਟ ਕਰਵਾ ਲਏ ਹੁੰਦੇ ਆ, ਉਹਨਾਂ ਦੀ ਕਮਰਸ਼ੀਅਲ ਸੇਲ ਦੀ ਆਗਿਆ ਬਿਨਾਂ ਪਰਮਿਸ਼ਨ ਦੀ ਨਹੀਂ ਹੁੰਦੀ। ਉਸ ਤੋਂ ਬਾਅਦ ਟ੍ਰਿਮਸ ਹੈਗੇ ਆ, ਟ੍ਰੇਡ ਰਿਲੇਟਡ ਇਨਵੈਸਟਮੈਂਟ ਮੇਜ਼ਰਸ ਆ। ਇਹਦੇ ਵਿੱਚ ਕੀ ਆ ਕਿ ਜਦੋਂ ਤੁਸੀਂ ਕਿਸੇ ਵਪਾਰ ਨੂੰ ਕਰਦੇ ਹੋ ਅਤੇ ਉਹਨੂੰ ਫਾਰਮਸ ਆਫ ਪ੍ਰੋਟੈਕਸ਼ਨ ਇਹਨੂੰ ਇੱਕ ਤਰ੍ਹਾਂ ਨਾਲ ਮੰਨਿਆ ਜਾਂਦਾ। ਇਹਦੇ ਵਿੱਚ ਕੀ ਹੈ ਕਿ ਸਾਰੇ ਪ੍ਰਤੀਬੰਧਾਂ ਨੂੰ ਖਤਮ ਕਰਕੇ ਨਵੇਂ ਮੇਜ਼ਰਸ ਅਡੋਪਟ ਕਰਕੇ ਵਿਦੇਸ਼ ਦੇ ਵਿੱਚ ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਹੋ ਅਤੇ ਉਹਦੇ ਕਿਹੜੇ ਪ੍ਰਭਾਵਦਾਨ ਹੋਣੇ ਚਾਹੀਦੇ ਆ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹਦੇ ਵਿੱਚ ਕਿਹਾ ਗਿਆ ਕਿ ਜਦੋਂ ਕੋਈ ਫੋਰਨਰ ਇਨਵੈਸਟਮੈਂਟ ਕਰਦਾ ਅਤੇ ਉਹਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਹੋਣਗੀਆਂ ਜਿਹੜੀਆਂ ਤੁਹਾਡੇ ਘਰੇਲੂ ਡੋਮੈਸਟਿਕ ਇਨਵੈਸਟਰਸ ਨੂੰ ਹੈਗੀਆਂ। ਅਤੇ 5 ਸਾਲ ਦੇ ਅੰਦਰ ਉਹਨਾਂ ਦੇ ਸਾਰੇ ਟ੍ਰਿਮਸ ਜਿਹੜੇ ਹਟਾ ਦਿੱਤੇ ਜਾਣਗੇ। ਮੀਨਸ ਉਹਨਾਂ ਦੇ ਉੱਤੇ ਕੋਈ ਵੀ ਉਹ ਜਿਹੜੇ ਟੈਰਿਫਸ ਵਗੈਰਾ ਉਹਨਾਂ ਨੂੰ ਜਾਂ ਟੈਕਸਿਸ ਵਗੈਰਾ ਜਿਹੜੇ ਉਹ ਨਹੀਂ ਹੋਣਗੇ। ਔਰ ਉਹਨਾਂ ਨੂੰ ਵਿਦੇਸ਼ੀ ਨਿਵੇਸ਼ ਜਦੋਂ ਕੋਈ ਕਰਨਾ ਆਉਂਦਾ ਅਤੇ ਉਹਨਾਂ ਨੂੰ ਕਿਸ ਦੇਸ਼ ਦੇ ਪ੍ਰਾਥਮਿਕ ਖੇਤਰਾਂ ਵਿੱਚ ਨਿਵੇਸ਼ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜਿਹੜੀ ਉਹ ਨਾ ਆਵੇ। ਉਸ ਤੋਂ ਬਾਅਦ ਅਗਲਾ ਜਨਰਲ ਐਗਰੀਮੈਂਟ ਔਨ ਟ੍ਰੇਡ ਇਨ ਸਰਵਿਸਿਜ਼ ਗੈਟਸ। ਇਹਦੇ ਵਿੱਚ ਇਹ ਮੰਨਿਆ ਜਾਂਦਾ ਕਿ ਸੇਵਾਵਾਂ ਵਿੱਚ ਵੀ ਵਪਾਰ ਨੂੰ ਉਤਪਾਦਨ ਦੀ ਭੌਤਿਕ ਇਕਾਈਆਂ ਦੁਆਰਾ ਵਿਕਰੀ ਜਾਂ ਵੰਡ ਦੇ ਮਾਧਿਅਮ ਦੇ ਨਾਲ ਸੇਵਾ ਦੀ ਪੂਰਤੀ ਦੇ ਰੂਪ ਵਿੱਚ ਪਰਿਭਾਸ਼ਿਤ ਕੀਤੇ ਜਾਂਦੇ ਆ ਇਹਦੇ ਵਿੱਚ। ਔਰ ਇਹਦੇ ਵਿੱਚ ਗੁਡਸ ਦੇ ਨਾਲ ਜਿਹੜੀਆਂ ਸਰਵਿਸਿਜ਼ ਆ ਉਹਨਾਂ ਦੇ ਵੀ ਬੈਂਕਿੰਗ, ਸ਼ਿਪਿੰਗ, ਇੰਸ਼ੋਰੈਂਸ, ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ, ਟੂਰਿਜ਼ਮ, ਇਹਨਾਂ ਦੇ ਨਾਲ ਇਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਟੈਕਨੀਕਸ ਹੈਗੀਆਂ ਉਹਨਾਂ ਦੇ ਥਰੂ ਇਹਨਾਂ ਨੂੰ ਪ੍ਰਮੋਟ ਕਰਨਾ ਵੀ ਜਿਹੜਾ WTO ਦਾ ਇੱਕ ਮੇਨ ਕੰਮ ਮੰਨਿਆ ਗਿਆ। ਉਸ ਤੋਂ ਬਾਅਦ WTO ਅਤੇ ਇੰਡੀਆ ਦਾ ਕੰਸੈਪਟ ਆ ਇੱਕ। WTO ਅਤੇ ਇੰਡੀਆ ਨੇ, ਜਿਸ ਤਰ੍ਹਾਂ ਆਪਾਂ ਨੂੰ ਪਤਾ ਇੰਡੀਆ WTO ਦੇ ਫਾਊਂਡਰ ਮੈਂਬਰਾਂ 'ਚੋਂ ਇੱਕ ਆ। ਜਿਹੜੇ ਇਸ ਵੇਲੇ ਫਾਊਂਡਰ ਮੈਂਬਰ ਸੀਗੇ WTO ਦੇ, ਉਹਨਾਂ ਦੇ ਵਿੱਚੋਂ ਇੰਡੀਆ ਇੱਕ ਹੈਗਾ ਆ। ਔਰ ਇੰਡੀਆ ਨੂੰ WTO ਦੀ ਮੈਂਬਰਸ਼ਿਪ ਪ੍ਰਾਪਤ ਕਰਕੇ ਕੀ ਪ੍ਰਾਪਤ ਹੋਇਆ? ਸਭ ਤੋਂ ਪਹਿਲਾਂ ਤਾਂ ਆਰਗੂਮੈਂਟਸ ਜਿਹੜੇ ਅਗੇਂਸਟ WTO ਜਾਂ ਫਿਰ ਇੰਡੀਆ ਨੂੰ WTO ਦੀ ਮੈਂਬਰਸ਼ਿਪ ਦੇ ਕਿਹੜੇ ਸਭ ਤੋਂ ਪਹਿਲਾਂ ਤਾਂ ਨੁਕਸਾਨ ਹੋਏ ਇਹ ਦੇਖਾਂਗੇ। ਸਭ ਤੋਂ ਪਹਿਲਾਂ ਤਾਂ ਖੇਤੀ ਖੇਤਰ ਨੂੰ ਨੁਕਸਾਨ ਹੋਇਆ। ਖੇਤੀ ਖੇਤਰ ਨੂੰ ਨੁਕਸਾਨ ਇਹ ਹੋਇਆ ਕਿ WTO ਦੀ ਮੈਂਬਰਸ਼ਿਪ ਦੇ ਨਾਲ ਸਾਨੂੰ ਖੇਤੀ ਦੇ ਵਿੱਚੋਂ ਸਬਸਿਡੀ ਨੂੰ ਘਟਾਉਣਾ ਪਏਗਾ। ਸਾਨੂੰ ਵਧੀਆ ਸੀਡਸ ਦੇ ਲਈ HYB ਸੀਡਸ ਦੇ ਲਈ ਫੋਰਨ ਕੰਟਰੀਜ਼ ਦੇ ਉੱਤੇ ਜਿਹੜਾ ਡਿਪੈਂਡੈਂਟ ਹੋਣਾ ਪੈ ਗਿਆ, ਉਹਨਾਂ ਦੇ ਮਹਿਤਾਜ ਹੋਣਾ ਪਵੇਗਾ। ਸਾਨੂੰ ਪੈਸਟੀਸਾਈਡਸ ਲਈ ਜਾਂ ਫਿਰ ਐਗਰੀਕਲਚਰਲ ਇਕੁਇਪਮੈਂਟਸ ਲਈ ਵੀ ਡਿਪੈਂਡੈਂਟ ਹੋਣਾ ਪਏਗਾ। ਉਸ ਤੋਂ ਬਾਅਦ ਸਬਸਿਡੀ ਦੇ ਵਿੱਚ ਕਮੀ ਕਰ ਦਿੱਤੀ ਜਾਏਗੀ। WTO ਦੇ ਸਮਝੌਤੇ ਦੇ ਅੰਡਰ ਐਗਰੀਕਲਚਰਲ ਸਬਸਿਡੀ ਦੇ ਵਿੱਚ ਕਮੀ ਕਰ ਦਿੱਤੀ ਜਾਏਗੀ। ਇਸ ਨਾਲ ਵੀ ਗਰੀਬ ਕਿਸਾਨਾਂ 'ਤੇ ਬੁਰਾ ਪ੍ਰਭਾਵ ਪਏਗਾ। ਇੰਪੋਰਟ ਆਫ ਫੂਡ ਗ੍ਰੇਨਸ,
ਫਿਰ ਇਹ ਵੀ ਹੈ ਕਿ ਜਦੋਂ ਅਸੀਂ ਫੂਡ ਗ੍ਰੇਨਸ ਦਾ ਇੰਪੋਰਟ ਕਰਾਂਗੇ ਤਾਂ ਉਹਦੇ ਨਾਲ ਵੀ ਜੇ ਸਾਨੂੰ ਮੰਨ ਲਓ ਕਿਤੇ ਪ੍ਰੋਬਲਮ ਆਉਂਦੀ ਪਈ ਹੈ, ਸਾਡੇ ਕਿਤੇ ਫੂਡ ਗ੍ਰੇਨਸ ਦੀ ਆਪਣੀ ਜਿਹੜੀ ਆਊਟਪੁੱਟ ਘਟਦੀ ਪਈ ਆ, ਆ ਫੋਰਨ ਕੰਟਰੀਜ਼ ਤੋਂ ਜਦੋਂ ਇੰਪੋਰਟ ਕਰਾਂਗੇ ਤਾਂ ਇਹਦੇ ਨਾਲ ਸਾਡੇ ਬੈਲੈਂਸ ਆਫ ਪੇਮੈਂਟ ਦੇ ਉੱਤੇ ਬੈਡ ਇਫੈਕਟ ਪਏਗਾ। ਉਸ ਤੋਂ ਬਾਅਦ ਬ੍ਰਾਂਡਡ ਸੀਡਸ ਜਿਹੜੇ ਹੈਗੇ ਆ ਉਹਨਾਂ ਦੇ ਯੂਜ਼ ਦੇ ਉੱਤੇ ਵੀ ਰਿਸਟ੍ਰਿਕਸ਼ਨਸ ਹੋਣਗੀਆਂ, ਕਿਉਂਕਿ ਆਪਾਂ ਬ੍ਰਾਂਡਡ ਸੀਡਸ ਨੂੰ ਉਹੀ, ਕਿਉਂਕਿ ਉਹ ਕੋਸਟਲੀ ਹੋਣਗੇ ਅਤੇ ਉਹ ਸਿਰਫ ਰਿਚ ਜਿਹੜੇ ਫਾਰਮਰ ਉਹ ਹੀ ਖਰੀਦ ਪਾਉਣਗੇ। ਪੇਟੈਂਟ ਰਾਈਟ ਆਫ ਨੈਚੁਰਲ ਪ੍ਰੋਡਕਟਸ, ਇੱਥੇ ਵੀ ਮੰਨਿਆ ਗਿਆ ਕਿ ਬਹੁਤ ਸਾਰੇ ਨੈਚੁਰਲ ਪ੍ਰੋਡਕਟਸ ਜੋ ਬੇਸਿਕਲੀ ਇੰਡੀਆ ਦੇ ਸਮਝੇ ਜਾਂਦੇ ਸੀ, ਪਰ ਉਹਨਾਂ ਦੇ ਪੇਟੈਂਟਸ ਜਿਹੜੇ ਹੈਗੇ ਉਹ ਫੋਰਨ ਕੰਪਨੀਜ਼ ਨੇ, ਮਲਟੀਨੈਸ਼ਨਲ ਕੰਪਨੀਜ਼ ਨੇ ਕਰਵਾ ਲਏ। ਉਸ ਤੋਂ ਬਾਅਦ ਪਲਾਂਟ ਬਰੀਡਿੰਗ ਪ੍ਰੋਟੈਕਸ਼ਨ ਹੈ ਜਿਹੜੀ WTO ਦੇ ਅਨੁਸਾਰ ਪੌਦਿਆਂ ਦੀ ਕਿਸਮ ਦੀ ਸੁਰੱਖਿਆ ਸਵੈ ਜੈਂਸਸ ਕਾਨੂੰਨ ਰਾਹੀਂ ਤੈਅ ਕੀਤਾ ਜਾਂਦਾ ਹੈ। ਭਾਰਤ ਦੇ ਕਿਸਾਨ ਨੂੰ ਨਵੇਂ ਅਤੇ ਉੱਤਮ ਕਿਸਮ ਦੇ ਪੌਦਿਆਂ ਦੇ ਲਈ ਕਾਫੀ ਧਨ ਖਰਚਣਾ ਪਵੇਗਾ। ਉਸ ਤੋਂ ਬਾਅਦ ਆਰਗੂਮੈਂਟਸ ਅਗੇਂਸਟ ਟ੍ਰਿਮਸ, WTO ਦੇ ਅਨੁਸਾਰ ਭਾਰਤ ਵਿਦੇਸ਼ੀ ਨਿਵੇਸ਼ 'ਤੇ ਕੋਈ ਕੰਟਰੋਲ ਨਹੀਂ ਲਗਾ ਸਕੇਗਾ ਅਤੇ ਇਹਦੇ ਨਾਲ ਸਾਡੀ ਆਪਣੀ ਜਿਹੜੀ ਡੋਮੈਸਟਿਕ ਇੰਡਸਟਰੀ ਆ ਉਹਦੇ 'ਤੇ ਬੈਡ ਇੰਪੈਕਟ ਪਵੇਗਾ। ਟ੍ਰੇਡ ਰਿਲੇਟਡ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ, ਫਿਰ ਉਹੀ ਹੈ ਕਿ ਜਿਹੜੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਆ ਉਹ ਇੰਡੀਆ ਨੂੰ ਬਹੁਤ ਘੱਟ ਮਿਲੇ ਆ। ਅੰਡਰ ਡਿਵੈਲਪ ਕੰਟਰੀਜ਼ ਬਹੁਤ ਨੂੰ ਤਕਰੀਬਨ ਸਾਰੀਆਂ ਨੂੰ ਘੱਟ ਮਿਲੇ, ਜਦਕਿ ਜਿਹੜੇ ਡਿਵੈਲਪ ਕੰਟਰੀਜ਼ ਆ ਉਹਨਾਂ ਨੇ ਇਹਨਾਂ ਦੇ ਜਿਹੜੇ ਰਾਈਟਸ ਆ ਪ੍ਰਾਪਤ ਕਰ ਲਏ। ਉਸ ਤੋਂ ਬਾਅਦ ਫੋਰਨ ਓਨਰਸ਼ਿਪ ਆਫ ਪਲਾਂਟਸ ਐਂਡ ਐਨੀਮਲਸ, ਕਿ ਜਿਹੜੇ ਤੁਹਾਡੇ ਆਪਣੇ ਪਲਾਂਟਸ ਜਾਂ ਆਪਣੇ ਐਨੀਮਲਸ ਸੀ ਉਹਨਾਂ ਦੀ ਜਿਹੜੀ ਓਨਰਸ਼ਿਪ ਆ ਫੋਰਨ ਦੀ ਹੋ ਗਈ ਹੈ। ਉਸ ਤੋਂ ਬਾਅਦ ਡਿਸਐਡਵਾਂਟੇਜ ਟੂ ਸਰਵਿਸ ਸੈਕਟਰ ਨੂੰ ਵੀ ਇਹ ਡਿਸਐਡਵਾਂਟੇਜ ਰਹੇਗਾ, ਜਿਸ ਤਰ੍ਹਾਂ ਖੇਤੀ ਖੇਤਰ ਨੂੰ ਕਿ ਤੁਸੀਂ ਫੋਰਨ ਕੰਪਨੀਜ਼ ਨੂੰ ਇਹਦੇ ਵਿੱਚ ਕੰਪੀਟ ਨਹੀਂ ਕਰ ਪਾਓਗੇ। ਉਸ ਤੋਂ ਬਾਅਦ ਪੈਟੈਂਟਾਈਜੇਸ਼ਨ ਦਾ ਡਿਸਐਡਵਾਂਟੇਜ ਜਿਹੜੀ ਉਹਦੀ ਹੈ ਕਿ WTO ਦੇ ਪੇਟੈਂਟ ਦੀ ਅਵਧੀ 20 ਸਾਲ ਕਰਨ ਦੀ ਵਿਵਸਥਾ ਵਿਰੁੱਧ ਸਭ ਤੋਂ ਜ਼ਿਆਦਾ ਸ਼ੱਕ ਕੀਤਾ ਜਾਂਦਾ ਹੈ, ਕਿਉਂਕਿ ਇਸ ਲੰਬੀ ਅਵਧੀ ਦਾ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਕਰ ਵਿਗਿਆਨਕ ਅਤੇ ਦਵਾਈ ਖੋਜ 'ਤੇ ਬਹੁਤ ਉਲਟਾ ਪ੍ਰਭਾਵ ਜਿਹੜਾ ਉਹ ਪੈ ਸਕਦਾ। ਪਰ ਜ਼ਰੂਰੀ ਇਹ ਨਹੀਂ ਹੈ ਕਿ ਸਾਨੂੰ ਸਿਰਫ WTO ਦੀ ਮੈਂਬਰਸ਼ਿਪ ਦੇ ਨੁਕਸਾਨ ਹੀ ਹੋਏ ਆ, ਸਾਨੂੰ WTO ਦੀ ਮੈਂਬਰਸ਼ਿਪ ਦੇ ਬਹੁਤ ਸਾਰੇ ਫਾਇਦੇ ਵੀ ਹੋਏ ਆ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਾਇਦਾ ਉਹ ਹੋਇਆ ਕਿ ਸਾਨੂੰ ਮਲਟੀਲੇਟਰਲ ਟ੍ਰੇਡ ਨੈਗੋਸ਼ੀਏਸ਼ਨਸ ਹੋ ਗਈਆਂ, ਅਸੀਂ ਮੈਂਬਰ ਕੰਟਰੀਜ਼ ਦੇ ਨਾਲ ਜਿਹੜਾ ਹੁਣ ਟ੍ਰੇਡ ਆਸਾਨੀ ਨਾਲ ਕਰ ਸਕਦੇ ਹਾਂ। ਉਸ ਤੋਂ ਬਾਅਦ ਕਿਹਾ ਗਿਆ ਸੀ ਕਿ ਸਬਸਿਡੀ ਦੇ ਵਿੱਚ ਐਗਰੀਕਲਚਰਲ ਸਬਸਿਡੀ ਦੇ ਵਿੱਚ ਘਾਟਾ ਹੋਏਗਾ, ਪਰ ਉਹ ਨਹੀਂ ਹੋਇਆ। ਉਸ ਤੋਂ ਬਾਅਦ ਨੋ ਇਨਕਰੀਜ਼ ਇਨ ਦੀ ਇੰਪੋਰਟ ਆਫ ਫੂਡ ਗ੍ਰੇਨਸ, ਅਤੇ ਫੂਡ ਗ੍ਰੇਨਸ ਦੇ ਇੰਪੋਰਟ ਨੂੰ ਵਧਾਉਣ ਦੀ ਵੀ ਸਾਨੂੰ ਲੋੜ ਨਹੀਂ ਪਈ। ਉਸ ਤੋਂ ਬਾਅਦ ਇਨਕਰੀਜ਼ ਇਨ ਦੀ ਐਕਸਪੋਰਟ ਆਫ ਫੂਡ ਗ੍ਰੇਨਸ, ਈਵਨ ਅਸੀਂ ਮੈਂਬਰ ਕੰਟਰੀਜ਼ ਦੇ ਵਿੱਚ ਆਪਣੇ ਫੂਡ ਗ੍ਰੇਨਸ ਨੂੰ ਐਕਸਪੋਰਟ ਕਰਦੇ ਪਏ ਹਾਂ। ਉਸ ਤੋਂ ਬਾਅਦ ਫਰੀਡਮ ਟੂ ਯੂਜ਼ ਸੀਡਸ, ਫਿਰ ਅਸੀਂ ਓਰੀਜਨਲ ਬਰੀਡਰਸ ਤੋਂ ਸਾਨੂੰ ਆਗਿਆ ਨਹੀਂ ਲੈਣੀ ਪੈਂਦੀ, ਆਪਾਂ ਨਵੇਂ ਸੀਡਸ ਨੂੰ ਯੂਜ਼ ਕਰ ਸਕਦੇ ਹਾਂ। ਪੇਟੈਂਟ ਡੰਕਲ ਡਰਾਫਟ ਐਂਡ ਐਗਰੀਕਲਚਰ, WTO ਦੇ ਤੋਂ ਪਹਿਲੇ ਬਣੇ ਡੰਕਲ ਡਰਾਫਟ ਦਾ ਸਾਰੇ ਕਿਸਾਨਾਂ ਦੇ ਹਿੱਤਾਂ 'ਤੇ ਕੋਈ ਉਲਟਾ ਪ੍ਰਭਾਵ ਨਹੀਂ ਪਿਆ। ਉਸ ਤੋਂ ਬਾਅਦ ਟ੍ਰੇਡ ਰਿਲੇਟਡ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਜਿਹੜੇ ਹੈਗੇ ਸੀਗੇ WTO ਦੇ ਤੋਂ ਬਣੇ ਪਹਿਲਾਂ ਬਣੇ ਪ੍ਰਸਤਾਵ ਵਿੱਚ ਕਾਪੀਰਾਈਟ, ਟ੍ਰੇਡਮਾਰਕ, ਟ੍ਰੇਡ ਸੀਕ੍ਰੇਟਸ, ਉਦਯੋਗਿਕ ਡਿਜ਼ਾਈਨ, ਬਿਜਲੀ ਪੂਰਤੀ ਅਤੇ ਹੋਰ ਕਈ ਸਾਰੇ ਅਤੇ ਭੂਗੋਲਿਕ ਸੰਬੰਧੀ ਪੇਟੈਂਟਾਂ ਨੂੰ ਵਧੇਰੇ ਜਾਇਦਾਦ ਅਧੀਨ ਦੇ ਰੱਖਿਆ ਗਿਆ। ਇਸ ਪ੍ਰਸਤਾਵ ਨਾਲ ਭਾਰਤ ਨੂੰ ਖਾਸ ਹਾਨੀ ਹੋਣ ਵਾਲੀ ਨਹੀਂ ਹੈ, ਕਿਉਂਕਿ ਸਿਰਫ ਪੇਟੈਂਟਾਂ ਨੂੰ ਛੱਡ ਕੇ ਹੋਰ ਸਾਰੇ ਖੇਤਰਾਂ ਵਿੱਚ ਭਾਰਤ ਨਿਆਂ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਅੰਤਰਰਾਸ਼ਟਰੀ ਪੱਧਰ ਦੀ ਹੈਗੀ ਆ ਸਾਡੀ, ਅਤੇ ਇਸ ਲਈ ਸਾਨੂੰ ਉਹਦੀ ਕੋਈ ਬਹੁਤੀ ਜਿਹੜੀ ਆ ਲੋਸ ਨਹੀਂ ਹੋਣ ਵਾਲੀ। ਅਤੇ ਇਹ ਸੀ ਜਿਹੜੇ ਇੰਡੀਆ ਨੂੰ ਉਹਦੇ ਤੋਂ ਫਾਇਦੇ ਹੋਣਗੇ। ਕਲੋਥ ਅਤੇ ਟੈਕਸਟਾਈਲ ਇੰਡਸਟਰੀ ਨੂੰ ਸਾਡੀ ਨੂੰ ਲਾਭ ਹੋਏਗਾ, ਸਾਡੇ ਸਰਵਿਸ ਸੈਕਟਰ ਨੂੰ ਇਹਦੇ ਤੋਂ ਲਾਭ ਹੋਏਗਾ, ਔਰ ਇੰਡੀਆ ਨੂੰ WTO ਦੀ ਮੈਂਬਰਸ਼ਿਪ ਤੋਂ ਬਹੁਤ ਸਾਰੇ ਬੈਨੀਫਿਟਸ ਵੀ ਹੋਣਗੇ। ਇਹ ਆਰਗੂਮੈਂਟਸ ਹੈਗੇ ਆ WTO ਦੇ ਫੇਵਰ ਦੇ ਵਿੱਚ, ਜਾਂ ਜਿਹੜੇ ਐਡਵਾਂਟੇਜ ਇੰਡੀਆ ਨੂੰ ਹੋਏ ਆ WTO ਤੋਂ, ਔਰ ਇਸ ਦੇ ਨਾਲ ਸਾਡਾ ਇਹ WTO ਦਾ ਕੰਸੈਪਟ ਖਤਮ ਹੁੰਦਾ ਹੈ। ਕੱਲ੍ਹ ਆਪਾਂ ਨਵਾਂ ਟੋਪਿਕ ਕਰਾਂਗੇ। ਥੈਂਕ ਯੂ ਸੋ ਮਚ।